ਰਿਲੀਜੀਅਸ ਨਾਲ ਵੀ ਰਿਲੇਟਡ ਮਤੇ ਪਾਸ ਕਰਤੇ। ਹਿੰਦੂ ਕਾਰੋਬਾਰੀ ਵਪਾਰੀ ਜਿਹੜੇ ਬਿਜ਼ਨਸਮੈਨ ਲੋਕ ਨੇ ਉਹਨਾਂ ਨੂੰ GST ਲਾਤੀ। ਅੱਜ ਇਹ ਕਿਸਾਨਾਂ ਦੇ ਮਗਰ ਚੱਲ ਪਏ ਨੇ। ਕਿਸਾਨਾਂ ਨੂੰ ਵੀ ਇਹੋ ਗੱਲ ਕਹਿ ਰਹੇ ਨੇ ਜੀ ਇਹ ਬਿੱਲ ਬਹੁਤ ਵਧੀਆ ਨੇ, ਤੁਹਾਨੂੰ ਇਹਨਾਂ ਦਾ ਫਾਇਦਾ ਨਹੀਂ ਪਤਾ ਕਿ ਤੁਸੀਂ ਹੀ ਸਾਰੇ ਸਿਆਣੇ ਬੈਠੇ ਹੋ, ਬਾਕੀ ਸਾਰਾ ਹਿੰਦੁਸਤਾਨ ਬੇਵਕੂਫ ਆ ਜਿਨ੍ਹਾਂ ਨੂੰ ਕਿਸੇ ਵੀ ਗੱਲ ਦਾ ਕੋਈ ਪਤਾ ਨਹੀਂ। ਜੇ ਕੋਈ ਸਵਾਲ ਖੜਾ ਕਰਦਾ ਉਹਨੂੰ ਦੇਸ਼ ਦਰੋਹੀ ਕਹਿ ਦਿੱਤਾ ਜਾਂਦਾ। ਗੁਰੂ ਬਾਣੀ ਦੀ ਇੱਕ ਤੁਕ ਆ, ਏਕਸ ਹੀ ਪਿਤਾ ਏਕਸ ਕੇ ਹਮ ਬਾਰਕ। ਸਾਡਾ ਪਿਓ ਪਿੱਛੋਂ ਇੱਕ ਆ ਅਕਾਲ ਪੁਰਖ, ਸਾਡੀ ਮਾਂ ਇੱਕ ਆ ਜੋਤ। ਤਾਂ ਅਸੀਂ ਉਹਦੇ ਪੁੱਤ ਪੁੱਤਰੇ ਆ ਜਿਹੜੇ ਕਿ ਕੋਈ ਪਰਿਵਾਰ ਇਕੱਠਾ ਵੀ ਰਹਿ ਲੈਂਦਾ, ਕੋਈ ਵੱਖੋ ਵੱਖ ਵੀ ਰਹਿ ਲੈਂਦਾ, ਸਾਡੇ 'ਚ ਕੋਈ ਫਰਕ ਨਹੀਂ। ਜੋ ਇਹ ਅੱਜ 6 ਮੀਟਿੰਗਾਂ ਕਿਸਾਨਾਂ ਦੇ ਨਾਲ ਕਰ ਚੁੱਕੀ ਹੈ ਸੈਂਟਰ ਗੌਰਮੈਂਟ, ਅਗਰ ਬਿੱਲ ਪਾਸ ਕਰਨ ਤੋਂ ਪਹਿਲਾਂ ਇੱਕ ਵੀ ਮੀਟਿੰਗ ਇਹੋ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਨੂੰ ਕੌਨਫੀਡੈਂਸ 'ਚ ਲੈ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਸਮਝਾ ਦਿੱਤਾ ਜਾਂਦਾ ਤੇ ਸ਼ਾਇਦ ਅੱਜ ਇਹੋ ਜਿਹਾ ਮਾਹੌਲ ਪੈਦਾ ਨਾ ਹੁੰਦਾ। ਦਿੱਲੀ ਬਾਰਡਰ ਦੇ ਉੱਤੇ ਕਿਸਾਨ ਆਪਣੇ ਹੱਕਾਂ ਲੈਣ ਵਾਸਤੇ ਮੋਰਚਾ ਲਗਾ ਕੇ ਬੈਠੇ ਹੈ ਤੇ ਇਸ ਮੋਰਚੇ ਦੀ ਚਰਚਾ ਦੇਸ਼ ਨਹੀਂ ਪੂਰੇ ਵਿਦੇਸ਼ਾਂ ਵਿੱਚ ਵੀ ਹੋ ਰਹੀ ਹੈ ਤੇ ਇਸ ਮੋਰਚੇ ਦੇ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਲੋਕ ਆ ਰਹੇ ਹੈ ਤੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਹੈ ਤੇ ਵੱਖ-ਵੱਖ ਜਾਤਾਂ ਦੇ ਲੋਕ ਇੱਥੇ ਆ ਰਹੇ ਹੈ। ਹਾਲਾਂਕਿ ਕਈ ਕਿਸਾਨ ਪੱਕੇ ਤੌਰ ਤੇ ਟਰਾਲੀਆਂ 'ਚ ਆ ਕੇ ਇੱਥੇ ਬੈਠੇ ਹੋਏ ਆ ਤੇ ਇੱਥੇ ਮੋਰਚੇ ਤੇ ਕਈ ਹਿੰਦੂ ਆਉਂਦੇ ਆ, ਕਈ ਸਿੱਖ ਆਉਂਦੇ ਆ, ਕਈ ਮੁਸਲਮਾਨ ਆਉਂਦੇ ਆ ਤੇ ਆਪਣੀ ਕਿਸਾਨਾਂ ਦੇ ਹੱਕ 'ਚ ਸਮਰੱਥਾ ਜਤਾ ਕੇ ਵਾਪਸ ਚਲੇ ਜਾਂਦੇ ਆ। ਸੋ ਹਿੰਦੂ ਸਿੱਖਾਂ ਦੀ ਗੱਲ ਮੈਂ ਇਸ ਲਈ ਕਰ ਰਿਹਾ ਕਿਉਂਕਿ ਕੇਂਦਰ ਤੋਂ ਬਾਰ-ਬਾਰ ਗੱਲਾਂ ਉੱਠ ਰਹੀਆਂ ਸੀ ਕਿ ਸਿਰਫ ਇਹ ਮੋਰਚਾ ਕਿਸਾਨਾਂ ਦਾ ਨਹੀਂ, ਸਿੱਖਾਂ ਦਾ ਮੋਰਚਾ ਤੇ ਖਾਲਿਸਤਾਨ ਦੀਆਂ ਮੋਰਚੇ 'ਚ ਗੱਲਾਂ ਹੋ ਰਹੀਆਂ। ਸੋ ਸਾਡੇ ਨਾਲ ਵੀ ਇੱਕ ਹਿੰਦੂ ਵੀਰ ਮੌਜੂਦ ਹੈ, ਅੰਮ੍ਰਿਤਸਰ ਸਾਹਿਬ ਤੋਂ ਆਏ ਆ, ਗੱਲਬਾਤ ਕਰ ਲੈਂਦੇ ਆ। ਵੀਰ ਜੀ ਕੀ ਨਾਮ ਜੀ ਆਪ ਜੀ ਦਾ? ਜੀ ਸ਼ੁਕਰਾਤ ਕਲਰਾ। ਕਲੜਾ ਸਾਹਿਬ, ਕਿਹਾ ਜਾਂਦਾ ਸੀ ਕਿ ਤੁਸੀਂ ਹਿੰਦੂ ਧਰਮ ਤੋਂ ਹੋ, ਕਿਹਾ ਜਾਂਦਾ ਸੀ ਕਿ ਇਹ ਸਿੱਖਾਂ ਦਾ ਮੋਰਚਾ, ਖਾਲਿਸਤਾਨ ਦੀਆਂ ਗੱਲਾਂ ਹੁੰਦੀਆਂ। ਤੁਸੀਂ ਆਏ ਜੇ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ, ਕਿਸ ਤਰ੍ਹਾਂ ਕੀ ਲੱਗਾ ਕਿ ਇਹ ਵਾਕਈ ਸਿੱਖਾਂ ਦਾ ਜਾਂ ਕਿਸਾਨਾਂ ਦਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਕਿ ਮੈਂ ਹਿੰਦੂ ਹੋਣ ਤੋਂ ਪਹਿਲਾਂ ਇਨਸਾਨ ਆ ਤੇ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਆ। ਦੇਖੋ ਇਨਸਾਨੀਅਤ ਹੀ ਆ, ਇੱਥੇ ਇਨਸਾਨੀਅਤ ਹੀ ਵਿਖਦੀ ਪਈ। ਮੈਂ ਹਿੰਦੂ ਦੀ ਗੱਲ ਇਸ ਲਈ ਕੀਤੀ ਹੈ ਕਿ ਕੇਂਦਰ 'ਚ ਬੈਠੀ ਸਰਕਾਰ ਕਹਿਣ ਦੀ ਕਿ ਇਹ ਸਿੱਖਾਂ ਦਾ ਧਰਨਾ ਹੈ ਨਾ ਕਿ ਕਿਸਾਨਾਂ ਦਾ। ਸੋ ਮੈਂ ਇਸ ਲਈ ਥੋੜ੍ਹੀ ਜਿਹੀ ਡਿਟੇਲ ਦਿੱਤੀ ਹੈ ਕਿ ਇੱਥੇ ਸਿਰਫ ਸਿੱਖ ਹੀ ਨਹੀਂ, ਇੱਥੇ ਹਿੰਦੂ ਵੀ ਹੈ, ਇੱਥੇ ਮੁਸਲਮਾਨ ਵੀ ਹੈ ਤੇ ਸਾਰੇ ਧਰਮਾਂ ਦੇ ਲੋਕ ਹੈ, ਇਨਸਾਨੀਅਤ ਇੱਥੇ ਮੌਜੂਦ ਹੈ। ਮੈਂ ਇਸ ਲਈ ਥੋੜ੍ਹਾ ਜਿਹਾ ਕਲੀਅਰ ਕੀਤਾ। ਦੇਖੋ ਜੀ, ਗੱਲ ਇਹ ਹੈ ਜੀ, ਕੇਂਦਰ ਸਰਕਾਰ ਜੋ ਮਰਜ਼ੀ ਕਹੀ ਜਾਵੇ, ਇੱਥੇ ਹਰ ਵਰਗ ਦਾ ਲੋਕ ਮੌਜੂਦ ਆ। ਇਹ ਧਰਨਾ ਸਿਰਫ ਕਿਸਾਨਾਂ ਦਾ ਨਹੀਂ, ਸਾਰੇ ਸਮਾਜ ਦਾ, ਸਾਰੇ ਹਿੰਦੁਸਤਾਨ ਦਾ ਆ। ਜੋ ਇਹਨਾਂ ਨੇ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਆ, ਉਹ ਕਿਸਾਨ ਵਿਰੋਧੀ ਨਹੀਂ, ਇਹ ਕਿਸਾਨ ਮਾਰੂ ਬਿੱਲ ਆ। ਅਗਰ ਕੋਈ ਵੀ ਪੁਆਇੰਟ ਇਹਨਾਂ ਨੇ GST ਪਹਿਲਾਂ ਲਾਈ ਗੌਰਮੈਂਟ ਨੇ, ਇਹਨਾਂ ਨੇ ਕਿਹਾ ਕਿ ਵਪਾਰੀਆਂ ਨੇ ਵਿਰੋਧ ਕੀਤਾ, ਇਹਨਾਂ ਨੇ ਕਿਹਾ ਜੀ ਤੁਹਾਨੂੰ GST ਦੀ ਸਮਝ ਨਹੀਂ। GST ਜਦੋਂ ਲਾਗੂ ਹੋਏਗੀ ਸਾਡੇ ਹਿੰਦੁਸਤਾਨ ਨੂੰ ਬਹੁਤ ਫਾਇਦਾ ਹੋਏਗਾ, ਰੇਟ ਘਟਣਗੇ, ਚੀਜ਼ਾਂ ਦੇ ਮਹਿੰਗਾਈ ਘਟੇਗੀ। ਕੀ ਹੋਇਆ? ਡੀਜ਼ਲ ਪੈਟਰੋਲ ਸਿਰੇ ਤੇ ਆ, ਸੋਨਾ 27-28 ਹਜ਼ਾਰ ਤੋਂ ਅੱਜ 55-52 ਹਜ਼ਾਰ ਤੇ ਪਹੁੰਚ ਗਿਆ, ਕੋਈ ਫਾਇਦਾ ਨਹੀਂ ਹੋਇਆ। ਉਸ ਤੋਂ ਬਾਅਦ ਇਹਨਾਂ ਨੇ CAA ਕਾਨੂੰਨ ਪਾਸ ਕੀਤਾ ਮੁਸਲਮਾਨਾਂ ਦਾ, ਉਹਦੇ 'ਚ ਮੁਸਲਮਾਨ ਕੌਮ ਨੇ, ਵੀਰਾਂ ਨੇ ਸਾਡੇ ਵਿਰੋਧ ਕੀਤਾ। ਇਹਨਾਂ ਨੇ ਕਿਹਾ ਤੁਹਾਨੂੰ ਇਹਦੀ ਸਮਝ ਨਹੀਂ ਹੈਗੀ ਕਾਨੂੰਨ ਦੀ, ਇਹਦਾ ਬਹੁਤ ਫਾਇਦਾ ਵਾ। ਉਹ ਕਾਨੂੰਨ ਨੂੰ ਇਹਨਾਂ ਨੇ ਪਾਸ ਕਰ ਦਿੱਤਾ। ਉਸ ਤੋਂ ਬਾਅਦ ਧਾਰਾ 370 ਜਿਹੜੀ ਹੈ ਉਹ ਜੰਮੂ ਕਸ਼ਮੀਰ 'ਚੋਂ ਹਟਾਈ ਗਈ, ਉਹਦਾ ਵੀ ਵਿਰੋਧ ਹੋਇਆ। ਇਹਨਾਂ ਨੇ ਉਹ ਵੀ ਕਿਹਾ ਜੀ ਤੁਹਾਨੂੰ ਇਹਦੀ ਸਮਝ ਨਹੀਂ, ਇਹ ਧਾਰਾ ਦਾ ਬਹੁਤ ਫਾਇਦਾ। ਚੌਥਾ ਕੰਮ ਇਹ ਹੁਣ ਕਿਸਾਨੀ ਵੱਲ ਨੂੰ ਤੁਰ ਪਏ। ਮਤਲਬ ਇਹਨਾਂ ਨੇ ਮੁਸਲਿਮ ਰਿਲੀਜੀਅਸ ਨਾਲ ਵੀ ਰਿਲੇਟਡ ਮਤੇ ਪਾਸ ਕਰਤੇ। ਹਿੰਦੂ ਕਾਰੋਬਾਰੀ ਵਪਾਰੀ ਜਿਹੜੇ ਬਿਜ਼ਨਸਮੈਨ ਲੋਕ ਨੇ ਉਹਨਾਂ ਨੂੰ GST ਲਾਤੀ। ਅੱਜ ਇਹ ਕਿਸਾਨਾਂ ਦੇ ਮਗਰ ਚੱਲ ਪਏ ਨੇ। ਕਿਸਾਨਾਂ ਨੂੰ ਵੀ ਇਹੋ ਗੱਲ ਕਹਿ ਰਹੇ ਨੇ ਜੀ ਇਹ ਬਿੱਲ ਬਹੁਤ ਵਧੀਆ ਨੇ, ਤੁਹਾਨੂੰ ਇਹਨਾਂ ਦਾ ਫਾਇਦਾ ਨਹੀਂ ਪਤਾ। ਮੈਂ ਕਹਿੰਦਾ ਜੀ ਕਿ ਤੁਸੀਂ ਉੱਥੇ ਬੈਠੇ ਕੇਂਦਰ ਸਰਕਾਰ ਦੇ ਵਿੱਚ ਜਿਹੜੇ 4 ਬੰਦੇ ਬਹਿ ਕੇ ਬਿੱਲ ਪਾਸ ਕਰਾ ਲੈਂਦੇ ਹੋ ਸਾਰਿਆਂ ਕੋਲੋਂ, ਕਿ ਤੁਸੀਂ ਹੀ ਸਾਰੇ ਸਿਆਣੇ ਬੈਠੇ ਹੋ, ਬਾਕੀ ਸਾਰਾ ਹਿੰਦੁਸਤਾਨ ਬੇਵਕੂਫ ਆ ਜਿਨ੍ਹਾਂ ਨੂੰ ਕਿਸੇ ਵੀ ਗੱਲ ਦਾ ਕੋਈ ਪਤਾ ਨਹੀਂ। ਜੇ ਕੋਈ ਸਵਾਲ ਖੜਾ ਕਰਦਾ ਉਹਨੂੰ ਦੇਸ਼ ਦਰੋਹੀ ਕਹਿ ਦਿੱਤਾ ਜਾਂਦਾ। ਇਸ ਕਰਕੇ ਇਸ ਜਿਹੜੇ ਧਰਨੇ ਦੇ ਵਿੱਚ ਸਾਰਾ ਹਿੰਦੁਸਤਾਨ ਤਨੋ ਮਨੋ ਤੇ ਧਨੋ ਆਪਣੀ ਮਰਜ਼ੀ ਨਾਲ ਅਟੈਚ ਆ। ਇਹ ਕਿਸੇ ਦਬਕੇ ਨਾਲ ਪਾਸ ਕਰਾਏ ਹੋਏ ਬਿੱਲਾਂ ਵਾਂਗੂ ਨਹੀਂ ਆਏ ਕਿ ਜਿਹੜੇ ਧੱਕੇ ਨਾਲ ਭਾਏ ਗਏ, ਆਪਣੀ ਮਰਜ਼ੀ ਆਪਣੇ ਜਨੂੰਨ ਨਾਲ ਉੱਠ ਕੇ ਆਏ ਆ। ਔਰ ਇਹ ਸਾਰੇ ਸਾਂਝਾ ਧਰਮਾਂ ਦਾ ਇੱਕ ਸਾਂਝਾ ਪ੍ਰੋਟੈਸਟ ਆ। ਜੀ ਬਿਲਕੁਲ, ਜਿਸ ਤਰ੍ਹਾਂ ਬਾਬਰੀ ਮਸਜਿਦ ਦੀ ਗੱਲ ਚੱਲੀ ਸੀ ਤਾਂ ਮੁਸਲਿਮ ਭਾਈਚਾਰੇ ਨੇ ਆਵਾਜ਼ ਚੁੱਕੀ ਤੇ ਕਿਹਾ ਗਿਆ ਕਿ ਦੇਸ਼ ਦਰੋਹੀ ਹੈ। ਕਿਸਾਨੀ ਦੇ ਹੱਕ 'ਚ ਆਵਾਜ਼ ਚੁੱਕੀ ਤੇ ਕਿਉਂਕਿ ਬਹੁਤ ਸਾਰੇ ਜਿਹੜੇ ਕਿਸਾਨੀ ਕਿੱਤੇ ਨਾਲ ਉਹ ਸਰਦਾਰ ਹੁੰਦੇ ਆ ਤਾਂ ਕਿਹਾ ਗਿਆ ਕਿ ਇਹ ਖਾਲਿਸਤਾਨੀ ਸਮਰਥਨ ਹੈ, ਅੱਤਵਾਦੀ ਹੈ। ਸੋ ਇੱਦਾਂ ਦੀਆਂ ਗੱਲਾਂ ਕਰਕੇ ਉਹ ਹਿੰਦੂ ਰਾਸ਼ਟਰ ਤੇ ਆਪਣਾ ਅਟਲ ਖੜੇ, RSS ਤੇ ਅਟਲ ਖੜੇ। ਲੇਕਿਨ ਅਗਰ ਕੋਈ ਦੂਸਰੀ ਜਾਤੀ ਦਾ ਬੰਦਾ ਆਪਣਾ ਹੱਕ ਦੀ ਆਵਾਜ਼ ਚੁੱਕਣਾ ਚਾਹੁੰਦਾ ਤਾਂ ਉਸ ਨੂੰ ਦੇਸ਼ ਦਰੋਹੀ ਜਾਂ ਅੱਤਵਾਦੀ ਕਿਹਾ ਜਾਂਦਾ। ਕੀ ਕਹੋਗੇ? ਦੇਖੋ ਗੱਲ ਇਹ ਹੈ ਜੀ,
ਗੁਰੂ ਬਾਣੀ ਦੀ ਇੱਕ ਤੁਕ ਆ, ਏਕਸ ਹੀ ਪਿਤਾ ਏਕਸ ਕੇ ਹਮ ਬਾਰਕ। ਸਾਡਾ ਪਿਓ ਪਿੱਛੋਂ ਇੱਕ ਆ ਅਕਾਲ ਪੁਰਖ, ਸਾਡੀ ਮਾਂ ਇੱਕ ਆ ਜੋਤ। ਗਾਂ ਅਸੀਂ ਉਹਦੇ ਪੁੱਤ ਪੁੱਤਰੇ ਆ ਜਿਹੜੇ ਕਿ ਕੋਈ ਪਰਿਵਾਰ ਇਕੱਠਾ ਵੀ ਰਹਿ ਲੈਂਦਾ, ਕੋਈ ਵੱਖੋ ਵੱਖ ਵੀ ਰਹਿ ਲੈਂਦਾ। ਸਾਡੇ 'ਚ ਕੋਈ ਫਰਕ ਨਹੀਂ। ਲੀਡਰਾਂ ਨੂੰ ਤਾਂ ਇੱਕੋ ਕੰਮ ਚਾਹੀਦਾ ਕਿ ਇਹਨਾਂ ਦੇ ਵਿੱਚ ਪਾੜ ਪਾਓ ਤੇ ਆਪਦੀ ਕੰਮ ਸਵਾਰੋ ਤੇ ਰਾਜਨੀਤੀ ਕਰੋ। ਮੈਂ ਤਾਂ ਜਿੱਥੇ ਵੀ ਜਾਂਦਾ, ਜਿਹੜੀ ਜਗ੍ਹਾ 'ਤੇ ਵੀ ਮੈਨੂੰ 2 ਲਫ਼ਜ਼ ਬੋਲਣ ਦਾ ਮੌਕਾ ਮਿਲਦਾ, ਮੈਂ ਤਾਂ ਹਿੰਦੂ ਸਿੱਖ ਭਾਈਚਾਰੇ ਦੀ ਏਕਤਾ ਦੀ ਉਹ ਗੱਲ ਕਰਦਾ ਕਿ ਅਸੀਂ ਇੱਕ ਹਾਂ ਤੇ ਇੱਕ ਹੀ ਰਹੀਏ, ਇਹਨਾਂ ਦੇ ਮਗਰ ਨਾ ਲੱਗੀਏ। ਕਿਤੇ ਵੀ ਕੋਈ ਕੰਮ ਹੋਏ, ਹੁਣ ਇੱਥੇ ਮੁਸਲਮਾਨ ਵੀਰ ਵੀ ਲੰਗਰ ਲਾ ਕੇ ਬੈਠੇ ਆ, ਤੇ ਅਗਰ ਇਹਨਾਂ ਨੂੰ ਕਹਿ ਦਿੱਤਾ ਜਾਵੇ ਕਿ ਇਹ ਵੀ ਖਾਲਿਸਤਾਨ ਦੇ ਨਾਲ ਸੰਬੰਧਿਤ ਆ, ਤੇ ਉਸ ਗੱਲ ਨੂੰ ਆਪਾਂ ਸਹੀ ਨਹੀਂ ਮੰਨਦੇ। ਇਹ ਸਿਰਫ ਇਸ ਅੰਦੋਲਨ ਨੂੰ, ਇਸ ਪ੍ਰੋਟੈਸਟ ਨੂੰ ਖਿੱਟਰ ਬਿੱਟਰ ਕਰਨ ਦੀ ਇੱਕ ਸਾਜ਼ਿਸ਼ ਕਹਿ ਸਕਦੇ ਆ, ਜਾਂ ਉਹਨਾਂ ਦੀ ਸੋਚ ਆ ਵੀ ਸਾਰਿਆਂ ਨੂੰ ਲੱਖ ਲੱਖ ਕਰਕੇ ਵੱਖ-ਵੱਖ ਧਰਮਾਂ 'ਚ ਵੰਡ ਕੇ ਇਸ ਅੰਦੋਲਨ ਤੋਂ ਪਾਸੇ ਕੀਤਾ ਜਾਵੇ। ਇਹ ਸਾਡੇ ਸਾਰੇ ਸਾਂਝੇ ਸਮਾਜ ਦਾ ਅੰਦੋਲਨ ਆ, ਅਸੀਂ ਇਸ ਅੰਦੋਲਨ ਦੇ ਨਾਲ ਆ। ਹੁਣ ਆਉਣ ਵਾਲੇ ਸਮੇਂ 'ਚ ਫਿਰ ਟਾਈਮ ਮਿਲੇਗਾ, ਫਿਰ ਇੱਥੇ ਮੋਰਚੇ 'ਚ ਆ ਕੇ ਕਿਸਾਨਾਂ ਦੀ ਹਮਾਇਤ ਕਰੋਗੇ? ਵੇਖੋ ਜੀ, ਮੈਂ ਤਾਂ ਕਹਿੰਦਾ ਜੀ ਸਾਨੂੰ ਦੁਬਾਰਾ ਆਉਣਾ ਹੀ ਨਾ ਪਵੇ। ਪਰਮਾਤਮਾ ਕੇਂਦਰ ਸਰਕਾਰ ਨੂੰ ਹੀ ਸਦਬੁੱਧੀ ਦੇਵੇ। ਜੋ ਵੀ ਬੈਠ ਕੇ ਵਿਚਾਰ ਹੁੰਦੇ ਆ, ਜੋ ਇਹ ਅੱਜ 6 ਮੀਟਿੰਗਾਂ ਕਿਸਾਨਾਂ ਦੇ ਨਾਲ ਕਰ ਚੁੱਕੀ ਹੈ ਸੈਂਟਰ ਗੌਰਮੈਂਟ, ਅਗਰ ਬਿੱਲ ਪਾਸ ਕਰਨ ਤੋਂ ਪਹਿਲਾਂ ਇੱਕ ਵੀ ਮੀਟਿੰਗ ਇਹੋ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਨੂੰ ਕੌਨਫੀਡੈਂਸ 'ਚ ਲੈ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਸਮਝਾ ਦਿੱਤਾ ਜਾਂਦਾ ਤੇ ਸ਼ਾਇਦ ਅੱਜ ਇਹੋ ਜਿਹਾ ਮਾਹੌਲ ਪੈਦਾ ਨਾ ਹੁੰਦਾ। ਅੱਜ 6 ਮੀਟਿੰਗਾਂ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲ ਰਿਹਾ। ਅਸੀਂ ਤੇ ਅਰਦਾਸ ਕਰਾਂਗੇ ਵਾਹਿਗੁਰੂ ਅੱਗੇ, ਸੱਚੇ ਪਾਤਸ਼ਾਹ ਭੋਲੇ ਭੰਡਾਰੀ ਅੱਗੇ, ਕਿ ਇਹਨਾਂ ਦਾ ਨਤੀਜਾ ਜਲਦੀ ਨਿਕਲੇ ਤੇ ਸਾਰਾ ਕੁਝ ਇਸ ਹਿੰਦੁਸਤਾਨ ਦੇ ਵਿੱਚ ਬਿਲਕੁਲ ਨੋਰਮਲ ਹੋਵੇ ਤੇ ਸਾਰੇ ਆਪੋ ਆਪਣੇ ਪਰਿਵਾਰਾਂ, ਬੱਚਿਆਂ ਰੱਚਿਆਂ ਦੇ ਵਿੱਚ ਜਾ ਕੇ ਵਸਣ। ਬਹੁਤ ਬਹੁਤ ਧੰਨਵਾਦ ਸਾਹਿਬ। ਇਹ ਸੀ ਕਾਲਰਾ ਸਾਹਿਬ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਆ। ਹਾਲਾਂਕਿ ਇੱਥੇ ਇਨਸਾਨੀਅਤ ਦੀ ਗੱਲ ਹੁੰਦੀ ਹੈ, ਇਨਸਾਨੀ ਤੌਰ ਤੇ ਹਰ ਧਰਮ ਦਾ ਆਦਮੀ ਜਿਹੜਾ, ਹਰ ਵਰਗ ਦਾ ਆਦਮੀ ਜਿਹੜਾ, ਹਰ ਇੱਕ ਜਥੇਬੰਦੀ ਵੱਲੋਂ ਇੱਥੇ ਆ ਕੇ ਆਪਣਾ ਜਿਹੜਾ ਯੋਗਦਾਨ ਹੈ ਉਹ ਪਾਇਆ ਜਾ ਰਿਹਾ, ਤਾਂ ਹਮਾਇਤ ਜਿਹੜੀ ਹੈ ਕਿਸਾਨਾਂ ਦੀ ਕੀਤੀ ਜਾ ਰਹੀ ਹੈ, ਸਮਰਥਨ ਜਿਹੜਾ ਹੈ ਕਿਸਾਨਾਂ ਨੂੰ ਦਿੱਤਾ ਜਾ ਰਿਹਾ। ਸੋ ਅਗਰ ਜਾਤੀ ਦੀ ਗੱਲ ਕਰੀਏ ਤਾਂ ਹਿੰਦੂ ਜਾਤੀ ਤੋਂ ਬਿਲੋਂਗ ਕਰਦੇ ਸੀ, ਲੇਕਿਨ ਇੱਥੇ ਇਨਸਾਨੀਅਤ ਦੇ ਤੌਰ ਤੇ ਆਏ ਆ, ਤਾਂ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਆਏ ਆ ਕਿ ਇੱਥੇ ਨਾ ਕਿ ਸਿੱਖਾਂ ਦੀ ਗੱਲ ਹੋ ਰਹੀ ਹੈ, ਇੱਥੇ ਇਨਸਾਨੀਅਤ ਦੀ ਗੱਲ ਹੋ ਰਹੀ ਹੈ। ਤੇ ਇਸ ਇਨਸਾਨੀਅਤ ਦੇ ਮੋਰਚੇ ਵਿੱਚ ਹਰ ਵਰਗ ਦਾ ਆਦਮੀ ਆ ਕੇ ਆਪਣਾ ਸਮਰਥਨ ਦੇ ਰਿਹਾ ਹੈ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਮੁਕੇਸ਼ ਮਹਿਰਾ, ਸੁਰਖਾਬ ਟੀਵੀ, ਦਿੱਲੀ ਬਾਰਡਰ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।